D4U न्यूज़ देख रहे तमाम दोस्तों को दीपक भंडारी का नमस्कार। अमनदीप हॉस्पिटल की ओर से आज खास कार्यक्रम कराया गया है पेशेंट डॉक्टर मीट रिलीफ। जिंदगी को कैसे ठीक रखें, यहाँ पर विशेष तौर पर पहुंचे हैं गुरु नानक देव यूनिवर्सिटी के जो वाइस चांसलर हैं डॉक्टर जसपाल सिंह संधू। सत श्री अकाल डॉक्टर साहब। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਜੇ ਇਫ ਆਈ ਐਮ ਨਾਟ ਰੋਂਗ ਤੇ ਤੁਸੀਂ ਸਪੋਰਟਸ ਇੰਜਰੀ ਦਾ ਡਿਪਾਰਟਮੈਂਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ੁਰੂ ਕੀਤਾ ਸੀ, ਇਨੀਸ਼ੀਏਟਿਵ ਤੁਹਾਨੂੰ ਗਿਆ ਸੀ ਤੇ MCI ਨਾਲ ਵੀ ਤੁਸੀਂ ਕਾਫੀ ਲੜ ਕੇ ਤੇ ਉਹਨੂੰ ਇੱਕ ਕਹਿੰਦੇ ਨਾ ਵੀ ਉਹ ਦਵਾਇਆ ਸੀ, ਉਹਨੂੰ ਮਾਨਤਾ ਦਵਾਈ ਸੀਗੀ। ਹਾਂਜੀ 94 ਡਿਪਾਰਟਮੈਂਟ ਸ਼ੁਰੂ ਹੋਇਆ ਸੀਗਾ, ਪਹਿਲੀ ਯੂਨੀਵਰਸਿਟੀ ਸੀ ਹਿੰਦੁਸਤਾਨ ਜਿਹਦੇ ਵਿੱਚ ਸਪੋਰਟਸ ਸਾਇੰਸ ਡਿਪਾਰਟਮੈਂਟ ਸ਼ੁਰੂ ਹੋਇਆ ਸੀਗਾ। MD ਸਪੋਰਟਸ in 2010 ਸ਼ੁਰੂ ਹੋਈ ਸੀਗੀ ਐਂਡ ਪਹਿਲੀ MD GND ਸ਼ੁਰੂ ਹੋਈ ਸੀਗੀ। ਉਸ ਤੋਂ ਬਾਅਦ ਸ਼੍ਰੀ ਰਾਮਾਚੰਦਰਾ ਚੇਨਈ 'ਚ ਹੋਈ ਸੀਗੀ। ਫਿਰ ਮੈਂ ਦਿੱਲੀ ਚਲੇ ਗਿਆ, ਉਸ ਕਰਕੇ ਬੇਂਚ ਰੱਖੀ, ਹਾਲੇ ਵੀ ਬੇਂਚ ਪਈ ਹੈ, ਕਾਗਜ਼ਾਂ ਚੱਲ ਰਹੀ ਹੈ ਪਰ ਉਹਦਾ ਚੱਲ ਨਹੀਂ ਰਹੀ। ਸਪੋਰਟਸ ਮੈਡੀਸਨ ਦਾ, ਸਪੋਰਟਸ ਇੰਜਰੀ ਦਾ ਇੱਕ ਕਿੱਡਾ ਵੱਡਾ ਰੋਲ ਹੈ ਜਿਹੜੀ ਜ਼ਿੰਦਗੀ। ਨਾਰਮਲ ਆਰਥੋਪੈਡਿਕਸ ਬੜੀ ਵੱਖਰੀ ਚੀਜ਼ ਹੈ। ਇਹ ਨਹੀਂ ਹੈ ਕਿ ਨਾਰਮਲ ਆਰਥੋਪੈਡਿਕ ਸਰਜਨ ਨੂੰ ਟ੍ਰੀਟ ਕਰ ਸਕਦਾ। ਮੈਂ ਪਹਿਲਾਂ ਪ੍ਰੋਫੈਸ਼ਨਲ ਆਰਥੋਪੈਡਿਕ ਸਰਜਨ ਹੀ ਸੀਗਾ, ਤਾਂ ਹੀ ਬਾਅਦ ਸਪੈਸ਼ਲਾਈਜੇਸ਼ਨ ਸਪੋਰਟਸ ਮੈਡੀਸਨ ਕੀਤੀ ਹੈ। ਜਿੱਦਾਂ ਡਾਕਟਰ ID ਕਰਨ ਡਏ ਨੇ, ਇਹਨਾਂ ਦੀ ਸਪੈਸ਼ਲਾਈਜੇਸ਼ਨ ਹੈਗੀ ਹੈ ਸਪੋਰਟਸ ਮੈਡੀਸਨ ਦੇ ਵਿੱਚ। ਸਪੋਰਟਸ ਪਰਸਨ ਡਿਫਰੈਂਟ ਤਰੀਕੇ ਨਾਲ ਟ੍ਰੀਟ ਕਰਨਾ, ਰਿਹੈਬ ਵੀ ਵੱਖਰਾ ਆ ਉਹਨਾਂ ਨੂੰ ਕਿੰਨੀ ਕੁ ਟ੍ਰੀਟ ਕਰਨਾ ਉਹ ਮੈਟਰ ਕਰਦਾ ਆ। ਕਿੰਨਾ ਟਰਾਮਾ ਦੇਣਾ, ਕਿੰਨਾ ਕੁ ਇੰਸੀਜਨ ਦੇਣਾ, ਕਿੰਨਾ ਕੁ ਸਰਜਰੀ ਦਾ ਜ਼ਖਮ ਬਣਨਾ ਚਾਹੀਦਾ, ਸਭ ਬੜਾ ਇੰਪੋਰਟੈਂਟ ਚੀਜ਼ ਆ। ਐਂਡ ਇਹ ਬਹੁਤ ਕਮੈਂਡੇਬਲ ਕੰਮ ਕਰਨ ਡਿਆ। ਮੈਂ ਤਾਂ ਬੱਲਾ ਅੱਜ ਵੇਖ ਕੇ ਜਦੋਂ ਪੇਸ਼ੈਂਟ ਬੜੇ ਸਾਰੇ ਪੇਸ਼ੈਂਟਸ ਨਾਲ ਦਿਖਾਇਆ ਇਹਨਾਂ ਨੇ, ਜਿਹੜਾ ਕੰਮ ਕਰਨ ਡਿਆ ਕੋਈ ਬਹੁਤ ਘੱਟ ਲੋਕ ਹਿੰਦੁਸਤਾਨ 'ਚ ਕਰਦੇ ਨੇ। ਐਂਡ ਬਹੁਤ ਖੁਸ਼ੀ ਹੈ ਕਿ ਅੰਮ੍ਰਿਤਸਰ ਵਰਗੇ ਸ਼ਹਿਰ ਵਿੱਚ ਅਮਨਦੀਪ ਹਸਪੀਟਲ ਦੇ ਐਜ਼ ਇਨੀਸ਼ੀਏਟਿਵ ਇੰਨਾ ਅੱਛਾ ਡਾਕਟਰ ਲਿਆ ਕੇ ਰੱਖਿਆ ਅੰਮ੍ਰਿਤਸਰ ਵਿੱਚ ਕਰ ਰਿਹਾ। ਮੈਂ ਤਾਂ ਛੱਡ ਦਿੱਤਾ, ਮੈਨੂੰ 10 ਸਾਲ ਹੋ ਗਏ ਤੇ ਬਟ ਇਹ ਹੈ ਕਿ ਮੇਰੀ ਲੈਗੇਸੀ ਕਰ ਰਿਹਾ, ਇਹ ਬੜਾ ਖੁਸ਼ੀ ਦੀ ਗੱਲ ਹੈ ਜੀ। ਡਾਕਟਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੋ ਮੈਸੇਜ? ਆਮ ਤੌਰ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਜੀ ਇਹ ਸਪੋਰਟਸ ਇੰਜਰੀ ਹੈ ਵੀ ਕਿੱਥੋਂ ਠੀਕ ਕਰਾਈਏ, ਕਿਸ ਤਰ੍ਹਾਂ ਕਿਹੜੇ ਡਾਕਟਰ ਕੋਲ ਜਾਈਏ। ਲੋਕ ਮੈਂ ਕਈ ਇਹ ਦੇਖਿਆ ਕਿ ਡਾਇਗਨੋਜ਼ ਨਹੀਂ ਹੋ ਪਾਉਂਦਾ। ਨਹੀਂ, ਜਿੱਦਾਂ ਅੱਜ ਡਾਕਟਰ ID ਨੇ ਉੱਤੇ ਗੱਲ ਕੀਤੀ ਸੀਗੀ ਕਿ ਇਹ ਇਕੱਲੀ ਸਪੋਰਟਸਮੈਨ ਵਾਸਤੇ ਨਹੀਂ ਹੈ, ਇੱਕ ਹਰ ਬੰਦੇ ਵਾਸਤੇ ਹੈ। ਜਿੱਦਾਂ ਮੇਰੀ ਉਮਰ 'ਤੇ ਬੰਦਾ ਵਾਕ ਕਰਦਾ ਹੈਗਾ ਤਾਂ ਮੈਂ ਸਵੇਰੇ ਜਦੋਂ 10 ਕਿਲੋਮੀਟਰ ਵਾਕ ਕਰਕੇ ਆਇਆ, ਮੇਰੀ ਜਿਹੜੀ ਇੰਜਰੀ ਹੋਏਗੀ ਉਹ ਵੀ ਸਪੋਰਟਸਮੈਨ ਦੀ ਇੰਜਰੀ ਹੋਏਗੀ। ਓਨਲੀ ਥਿੰਗ ਇਜ਼ ਕਿ ਸਾਡਾ ਉਹ ਜਿਹਾ ਟਰਾਮਾ ਨਹੀਂ ਹੁੰਦਾ ਜਾਂ ਰੋਡ ਐਕਸੀਡੈਂਟ ਦਾ ਟਰਾਮਾ ਹੁੰਦਾ, ਲਿਟਲ ਲੈਸ ਦੈਨ ਦੈਟ। ਉਹ ਵੀ ਹੁੰਦਾ, ਕਈ ਇੰਜਰੀ ਸਾਡੀ ਇਹ ਜਿਹੀ ਲਾਈਫ ਥ੍ਰੈਟਨਿੰਗ ਵੀ ਹੁੰਦੀਆਂ ਨੇ ਪਰ ਰੇਅਰ ਨੇ। ਮਤਲਬ ਜਿਹੜਾ ਰੋਡ ਸਾਈਡ ਟਰਾਮਾ ਜ਼ਿਆਦਾ ਬੰਦਿਆਂ ਨੂੰ ਮਾਰਦਾ, ਘੱਟ ਮਾਰਦਾ। ਪਰ ਇਹ 'ਚ ਰੀਹੈਬ ਉਨੀ ਇੰਪੋਰਟੈਂਟ ਹੈ ਕਿਉਂਕਿ ਬੈਕ ਟੂ ਪਲੇ ਜਿਹੜਾ ਆਉਣਾ ਨਾ, ਦੁਬਾਰਾ ਖੇਡਣ ਵਾਸਤੇ ਆਉਣਾ, ਉਹ ਕਿੰਨੀ ਉਹ ਇਹ 'ਤੇ ਡਿਪੈਂਡ ਕਰਦਾ ਸਪੋਰਟਸ ਮੈਡੀਸਨ ਕਿੰਨਾ ਟਰੀਟ ਕਰਦਾ। ਸੋ ਇਸ ਕਰਕੇ ਮੈਂ ਤਾਂ ਅੱਜ ਮਤਲਬ ਮੇਰੀ ਤਾਂ ਫੀਲਡ ਆ, ਕਿਉਂਕਿ ਅੱਜ ਸਾਡੀ ਕਾਨਫਰੰਸ ਹੋ ਰਹੀ ਚੇਨਈ ਦੇ ਵਿੱਚ। ਮੈਂ ਤਾਂ ਇਹਨਾਂ ਨੂੰ ਕਿਹਾ ਹੈ ਅੱਗਾ ਨੈਕਸਟ ਕਾਨਫਰੰਸ ਅਮਨਦੀਪ ਹਸਪੀਟਲ ਕਰਾਵੇ ਅੰਮ੍ਰਿਤਸਰ ਦੇ ਵਿੱਚ। ਹੈ ਤਾਂ ਵੇ ਰਾਜਸਥਾਨ ਜਾਣੀ ਹੈ ਬਟ ਮੈਂ ਲੈ ਕੇ ਅੰਮ੍ਰਿਤਸਰ ਆਊਂਗਾ, ਜੇ ਵਿਲਿੰਗ ਹੋਏਗਾ ਇੱਥੇ ਕਰਾਵਾਂਗੇ ਅੰਮ੍ਰਿਤਸਰ ਦੇ ਵਿੱਚ। ਦੇਖੋ ਇਹ ਡਾਕਟਰ ਜਸਪਾਲ ਸੰਧੂ ਜਿਨ੍ਹਾਂ ਨੇ ਦੱਸਿਆ ਕਿ ਸਪੋਰਟਸ ਮੈਡੀਸਨ ਇੱਕ ਅਲੱਗ ਫੀਲਡ ਹੈ। ਡਾਕਟਰ ID ਸਿੰਘ ਨੇ, ਇੰਦਰਦੀਪ ਸਿੰਘ ਜਿਹੜੇ ਕਿ ਸਪੋਰਟਸ ਇੰਜਰੀਜ਼ ਦਾ ਹੀ ਇਲਾਜ ਕਰਦੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਦੇਖੋ ਸਪੋਰਟਸ ਇੰਜਰੀ ਬਹੁਤ ਸਾਰੇ ਪੇਸ਼ੈਂਟਸ ਜਿਹੜੇ ਇੱਥੇ ਆਏ ਹੈ, ਦੂਰੋਂ ਆਏ ਹੈ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਡਾਇਗਨੋਸ ਨਹੀਂ ਸੀ ਹੋ ਪਾ ਰਿਹਾ, ਤੁਸੀਂ ਡਾਇਗਨੋਸ ਕੀਤਾ, ਕੀ ਕਹਿਣਾ ਚਾਹੋਗੇ? ਭਾਜੀ ਜਿਹੜੀਆਂ ਇਹ ਸੱਟਾਂ ਹੁੰਦੀਆਂ ਬਹੁਤ ਕਾਮਨ ਲਾਈਫ 'ਚ ਹੀ ਹੁੰਦੀਆਂ, ਜ਼ਰੂਰੀ ਨਹੀਂ ਹੁੰਦਾ। ਸਰ ਨੇ ਵੀ ਪਹਿਲਾਂ ਕਿਹਾ ਕਿ ਸਪੋਰਟਸ ਇੰਜਰੀਜ਼ ਨੂੰ ਇੱਕ ਨਾਮ ਦਿੱਤਾ ਗਿਆ ਬਟ ਇਹ ਸੌਫਟ ਟਿਸ਼ੂ ਇੰਜਰੀ ਮੇਨਲੀ ਗਿਣੀ ਜਾਂਦੀ ਹੈ। ਕਈ ਵਾਰ ਕੋਈ ਇੰਜਰੀ ਵੀ ਨਹੀਂ ਹੋਈ ਹੁੰਦੀ ਅਤੇ ਪੇਸ਼ੈਂਟ ਸਟਿਲ ਪੇਨ 'ਚ ਹੁੰਦਾ, ਉਹ ਥਾਂ ਭਟਕਦਾ ਫਿਰਦਾ, ਕੋਈ ਉਹਨੂੰ ਸਰਜਰੀ ਕਹਿ ਦਿੰਦਾ, ਕੋਈ ਇੰਜੈਕਸ਼ਨ ਲਾ ਦਿੰਦਾ, ਕੁਛ ਵੀ ਕੰਮ ਨਹੀਂ ਕਰ ਰਿਹਾ ਹੁੰਦਾ। ਅਤੇ ਫਿਰ ਉਸ ਤੋਂ ਬਾਅਦ ਉਹਨੂੰ ਡਾਇਗਨੋਸ ਕਰਨਾ, ਪੇਸ਼ੈਂਟ ਨਾਲ ਗੱਲ ਕਰਨਾ, ਕਿਉਂਕਿ ਮੋਸਟ ਆਫ ਦਾ ਡਾਇਗਨੋਸਿਸ ਕੀ ਇਕੱਲਾ MRI ਦੇ ਉੱਤੇ ਬੇਸ ਹੋ ਜਾਂਦਾ ਜਾਂ ਐਕਸਰੇ ਉੱਤੇ ਬੇਸ, ਜੋ ਮੈਨੂੰ ਲੱਗਦਾ ਕਿ ਸਾਡੀ ਟ੍ਰੇਨਿੰਗ ਦੇ ਉੱਤੇ ਬਹੁਤ ਡਿਪੈਂਡ ਕਰਦਾ। ਸੀਨੀਅਰਸ ਤੋਂ ਅਸੀਂ ਸਿੱਖਿਆ, ਅਸੀਂ ਆਪਣੇ ਆਪ ਕੁਛ ਨਹੀਂ ਸਿੱਖਿਆ। ਉਹਨਾਂ ਨੇ ਸਾਨੂੰ ਦੱਸਿਆ ਕਿ ਕਲੀਨਿਕਲੀ ਐਗਜ਼ਾਮਿਨ ਕਰਨਾ ਬਹੁਤ ਜ਼ਰੂਰੀ ਹੈ। ਕਲੀਨਿਕਲ ਐਗਜ਼ਾਮੀਨੇਸ਼ਨ ਤੋਂ ਬਾਅਦ ਹੀ ਅੱਧੇ ਡਾਇਗਨੋਸ ਬਣ ਜਾਂਦੇ ਨੇ, ਜਿਹਦੇ ਵਾਸਤੇ ਤੁਹਾਨੂੰ ਸਿਰਫ ਇੱਕ ਇਨਵੈਸਟੀਗੇਸ਼ਨ ਦੀ ਉਦੋਂ ਹੀ ਲੋੜ ਪੈਂਦੀ ਹੈ ਕਿ ਬਸ ਤੁਸੀਂ ਉਹਨੂੰ ਕੋਰਿਲੇਟ ਕਰਨਾ, ਕਨਫਰਮ ਕਰਨਾ। ਜੇ ਤੁਹਾਡੀ ਕਲੀਨਿਕਲ ਐਗਜ਼ਾਮੀਨੇਸ਼ਨ ਪਰਫੈਕਟ ਹੈ ਅਤੇ ਮੈਨੂੰ ਲੱਗਦਾ ਤੁਸੀਂ ਡਾਇਗਨੋਸਿਸ ਤੁਹਾਡਾ ਗਲਤ ਹੋ ਹੀ ਨਹੀਂ ਸਕਦਾ ਕਦੇ। ਜੇ ਤੁਸੀਂ ਇੱਕ ਵਾਰੀ ਡਾਇਗਨੋਸ ਫੜ ਲਿਆ ਮਤਲਬ ਤੁਸੀਂ ਟ੍ਰੀਟਮੈਂਟ ਉਹਨੂੰ ਪ੍ਰੋਪਰ ਕਰ ਸਕਦੇ ਹੋ। ਜੇ ਡਾਇਗਨੋਸਿਸ ਨਹੀਂ ਹੋਇਆ ਫਿਰ ਉਹ ਇੱਧਰ ਉੱਧਰ ਭਟਕਦਾ ਰਹਿੰਦਾ। ਅੱਛਾ, ਬਹੁਤ ਸਾਰੇ ਦੇਖਿਆ ਜਾਏਗਾ ਮਰੀਜ਼ ਇੱਧਰ ਜਿਵੇਂ ਤੁਸੀਂ ਕਿਹਾ ਭਟਕਦੇ ਰਹਿੰਦੇ, ਅਤੇ ਕਿਆ ਮੈਸੇਜ ਪੇਸ਼ੈਂਟ ਨੂੰ ਕਿਵੇਂ ਪਤਾ ਲੱਗੇ ਵੀ ਸਪੋਰਟਸ ਇੰਜਰੀ ਹੈ, ਕਿਆ ਮੈਸੇਜ ਦੇਣਾ ਚਾਹੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ? ਦੇਖੋ ਕੋਈ ਵੀ ਇੰਜਰੀ, ਕੋਈ ਵੀ ਪੇਨ ਹੋਵੇ ਉਹਨੂੰ ਨਿਗਲੈਕਟ ਨਾ ਕੀਤਾ ਜਾਵੇ। ਜੇ ਉਹਨੂੰ ਕੋਈ ਵੀ ਨੀਅਰੈਸਟ ਆਪਣਾ ਕੋਈ ਵੀ ਡਾਕਟਰ ਹੈ, ਆਰਥੋਪੈਡਿਕ ਸਰਜਨ ਹੈ, ਉਹਨਾਂ ਕੋਲ ਜਾ ਕੇ ਮਿਲੇ। ਜੇ ਉਹਨਾਂ ਨੂੰ ਲੱਗ ਰਿਹਾ ਕਿ ਉੱਥੋਂ ਨਹੀਂ ਫਰਕ ਪੈ ਰਿਹਾ, ਡੈਫੀਨੇਟਲੀ ਇਹ ਸੈਕਿੰਡ ਓਪੀਨੀਅਨ ਲੈਣੀ ਚਾਹੀਦੀ ਹੈ। ਅੱਜ ਕੱਲ੍ਹ ਇੰਟਰਨੈਟ ਬਹੁਤ ਈਜ਼ੀਲੀ ਅਵੇਲੇਬਲ ਹੈ, ਗੂਗਲ ਆਪਣੇ ਹੱਥ 'ਚ ਪਿਆ, ਜਿੱਥੇ ਮਰਜ਼ੀ ਸਰਚ ਕਰੋ ਅਤੇ ਹਮੇਸ਼ਾ ਕੁਛ ਨਾ ਕੁਛ ਸ਼ੋ ਅਪ ਹੋ ਹੀ ਜਾਂਦਾ ਹੈ ਕਿ ਪਰ ਰਾਈਟ ਡਿਸੀਜਨ ਲਿੱਤਾ ਜਾਣਾ, ਲੌਜੀਕਲ ਡਿਸੀਜਨ ਲੈਣਾ ਚਾਹੀਦਾ ਪੇਸ਼ੈਂਟ ਨੂੰ। ਬਸ ਇਕੱਲੀ ਇੱਕ ਕੋਈ ਵੀ ਮਾਰਕੀਟ ਕੀਤੀ ਹੋਈ ਚੀਜ਼ ਦੇ ਉੱਤੇ ਬਲਾਈਂਡਲੀ ਫੋਲੋ ਨਹੀਂ ਕਰਨਾ ਚਾਹੀਦਾ। ਹਾਂਜੀ, ਧੰਨਵਾਦ। ਇਹ ਸਨ ਡਾਕਟਰ ID ਸਿੰਘ ਜਿਨ੍ਹਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਸਪੋਰਟਸ ਮੈਡੀਸਨ ਨਾਲ ਇਹ ਮਰੀਜ਼ਾਂ ਦਾ ਟ੍ਰੀਟਮੈਂਟ ਕਰ ਰਹੇ, ਉਹਨਾਂ ਦਾ ਇਲਾਜ ਕਰ ਰਹੇ। ਬਹੁਤ ਸਾਰੇ ਮਰੀਜ਼ ਹੈ ਇੱਥੇ ਅੱਜ ਆਏ ਹੋਏ ਹੈ ਜਿਹੜੇ ਕੁਛ
ਇੰਡੀਆ ਤੋਂ ਨੇ, ਕੁਝ ਬਾਹਰੋਂ ਵੀ ਆਏ। ਅਸੀਂ ਗੱਲਬਾਤ ਕਰਾਂਗੇ ਉਹਨਾਂ ਮਰੀਜ਼ਾਂ ਦੇ ਨਾਲ ਵੀ ਕਿ ਉਹਨਾਂ ਦਾ ਕੀ ਐਕਸਪੀਰੀਅੰਸ ਹੈ। ਹਮਾਰੇ ਸਾਥ ਹੈ ਸਰ, ਪਹਿਲੇ ਤੁਸੀਂ ਆਪਣਾ ਨਾਮ ਦੱਸਣਾ ਕਿਆ ਹੈ ਜੀ? ਟੋਨੀ ਸਿੰਘ, ਟੋਨੀ ਜੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਹੁਸ਼ਿਆਰਪੁਰ ਤੋਂ। ਕੀ ਪ੍ਰੋਬਲਮ ਸੀ? ਤੁਸੀਂ ਹੁਣ ਨਿਊਯਾਰਕ ਸ਼ਟਲ, ਅਮਰੀਕਾ 'ਚ ਸ਼ਟਲ ਹੋ ਜੀ ਅਮਰੀਕਾ 'ਚ ਮੈਂ, ਮੇਰੇ ਜਿਮ ਹੈਗੇ ਅਮਰੀਕਾ 'ਚ ਔਰ ਪੰਜਾਬ ਦੇ ਵਿੱਚ। ਤੇ ਕੀ ਹੋਇਆ ਸੀ ਟੋਨੀ ਤੁਹਾਨੂੰ ਜਦੋਂ ਪ੍ਰੋਬਲਮ ਆਈ? ਉੱਥੇ ਬੱਚਿਆਂ ਦਾ ਸਕੂਲ ਸੀਗਾ, ਉੱਥੇ ਮੈਂ ਬੱਚਿਆਂ ਨੂੰ ਸਿਖਾ ਰਿਹਾ ਸੀਗਾ ਤੇ ਉਹ ਮੰਕੀ ਬਾਰ ਸੀਗੇ। ਸੋ ਮੈਂ ਉਹਨੂੰ ਸਿਖਾ ਰਿਹਾ ਸੀ, ਮੰਕੀ ਬਾਰ ਟੁੱਟ ਗਿਆ ਸੀ ਇੱਕ। ਸੋ ਮੇਰੇ ਐਲਬੋ ਸੀਗਾ ਉਹ ਥੱਲੇ ਦੂਸਰੀ ਬਾਰ 'ਚ ਵੱਜਾ ਸੀਗਾ। ਸੋ ਆਈ ਸਟਾਰਟ ਫੀਲਿੰਗ ਪੇਨ, ਮੈਨੂੰ ਪੇਨ ਸ਼ੁਰੂ ਹੋ ਗਈ ਸੀ ਮੇਰੇ ਰਿਸਟ ਦੇ ਵਿੱਚ। ਉਹਨਾਂ ਮੇਰੀ ਬਾਈਸੈਪ 'ਚ ਪੇਨ ਆ ਗਈ, ਸ਼ੋਲਡਰ 'ਚ ਆ ਗਈ। ਸੋ ਮੈਂ ਉੱਥੇ ਬੜਾ ਘੱਟ ਤੋਂ ਘੱਟ 10 MRI ਕਰਵਾਏ ਸੀਗੇ, ਐਕਸਰੇਜ਼ ਕਰਵਾਏ ਉੱਥੇ, ਬਟ ਕੋਈ ਡਾਕਟਰਸ ਨੂੰ ਲੱਗਾ ਨਹੀਂ ਪਤਾ ਵੀ ਵਟ ਐਗਜ਼ੈਕਟਲੀ ਦਾ ਰੀਅਲ ਪ੍ਰੋਬਲਮ ਇਜ਼, ਬਿਕਾਜ਼ ਮੈਂ ਕੁਛ ਚੱਕਦਾ ਸੀਗਾ, ਆਈ ਫੀਲ ਲਾਈਕ ਕਰੋਨਿਕ ਪੇਨ। ਮੈਂ ਇਵਨ ਪੈਨਸਲ ਚੱਕਦਾ ਸੀਗਾ, ਆਈ ਕੈਨੋਟ ਰਾਈਟ ਪ੍ਰੋਪਰਲੀ। ਅਤੇ ਉਹਨਾਂ ਫਿਰ ਕੀ ਹੋਇਆ ਕਿ ਮੈਨੂੰ, ਮੈਂ ਇੱਥੇ ਛੁੱਟੀਆਂ 'ਚ ਆਇਆ ਸੀਗਾ, ਥੋੜ੍ਹਾ ਕੰਮ ਸੀਗਾ ਇੱਥੇ, ਮੈਨੂੰ ਮੇਰੇ ਸਿਸਟਰ ਨੇ ਰეკਮੈਂਡ ਕੀਤਾ ਵੀ ਤੁਸੀਂ ਇਹ ਡਾਕਟਰ ਨੂੰ ਮਿਲੋ, ਅਮਨਦੀਪ ਹਸਪੀਟਲ, ਡਾਕਟਰ ID। ਅਤੇ ਫਿਰ ਮੈਂ ਉਹਨਾਂ ਨੂੰ ਮਿਲਿਆ ਆ ਕੇ। ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਇੱਕ ਪ੍ਰੋਪਰ ਡੀਪ ਟਿਸ਼ੂ ਦਾ ਐਕਸਰੇ ਅਤੇ ਨਾਲ, ਨਾਟ ਐਕਸਰੇ, ਆਮ ਸੌਰੀ, MRI। ਫਿਰ ਉਹਨਾਂ ਨੇ ਉਹਦੇ ਵਿੱਚੋਂ ਦੇਖਿਆ ਕਿ ਮੇਰੇ ਟੀਅਰ ਹੈਗਾ ਹੈ ਮੇਰੇ ਲਿਗਾਮੈਂਟ ਟੈਂਡਨ ਦੇ ਵਿੱਚ, ਕਿਤੇ ਨਾ ਕਿਤੇ ਸੀਗਾ। ਹੀ ਇਜ਼ ਦਾ ਫਰਸਟ ਵਨ ਹੂ ਡਿਟੈਕਟਡ ਕਿ ਮੇਰੀ ਪ੍ਰੋਬਲਮ ਕੀ ਹੈਗੀ ਹੈ। ਡਾਇਗਨੋਜ਼ ਨਹੀਂ ਹੋ ਪਾ ਰਿਹਾ ਸੀ ਵੀ ਤੁਹਾਨੂੰ ਦਰਦ ਕਿਉਂ ਹੋ ਰਹੀ ਹੈ? ਐਗਜ਼ੈਕਟਲੀ, ਯੈਸ। ਤਾਂ ਉਹ ਡਾਇਗਨੋਸ ਬੜੀ ਪ੍ਰੋਬਲਮ ਸੀਗੀ। ਸਾਰੇ ਡਾਕਟਰ ਕੋਲ ਜਾਂਦੇ ਸੀਗੇ, ਉਹ ਕਹਿੰਦੇ ਸੀਗੇ ਐਵਰੀਥਿੰਗ ਇਜ਼ ਓਕੇ, ਆ ਤੂੰ ਫਾਈਨ ਆ, ਮੀਨਸ ਕਿਉਂਕਿ ਮੈਂ ਖੇਲਦਾ ਸੀਗਾ, ਈਵਨ ਆਈ ਵਾਜ਼ ਇੰਜਰਡ ਬਟ ਆਈ ਐਮ ਸਟਿਲ ਪਲੇਇੰਗ ਆਲ ਦੋਜ਼ ਗੇਮਸ, ਬਟ ਇਨ ਦ ਪੇਨ। ਮੈਂ ਕਿੰਨੀ ਦੇਰ ਪਹਿਲੇ ਤੁਸੀਂ ਆਪਣਾ ਇਲਾਜ ਕਰਾਇਆ ਤੇ ਤੁਸੀਂ ਲੱਗ ਰਿਹਾ ਦੇਖੋ ਜਿਵੇਂ ਜਿਮ ਹੈ ਤੁਹਾਡਾ, ਬਾਡੀ ਤੁਹਾਡੀ ਮਸਲ ਵੀ ਠੀਕ ਹੈ ਤੇ ਐਕਸਰਸਾਈਜ਼ ਤੁਸੀਂ ਕਰ ਪਾ ਰਹੇ ਹੋ? ਹੁਣ ਤਾਂ ਮੈਂ ਪੂਰੀ ਕਰ ਰਿਹਾ। ਨੈਕਸਟ ਮੰਥ ਮੇਰਾ ਨੈਸ਼ਨਲ ਚੈਂਪੀਅਨਸ਼ਿਪ ਹੈਗੀ ਹੈ, ਮੈਂ ਜਾ ਰਿਹਾ ਹੈਗਾ ਆ ਦਿੱਲੀ ਖੇਲਣ ਵਾਸਤੇ। ਮੈਨੂੰ ਆਲਮੋਸਟ 9 ਮੰਥਸ ਹੋ ਗਏ ਮੈਂ ਕਰਵਾਇਆ ਸੀਗਾ। ਮੈਨੂੰ ਡਾਕਟਰ ਸਾਹਿਬ ਨੇ ਕਿਹਾ ਸੀਗਾ ਕਿ 8 ਮੰਥਸ ਤੱਕ ਤੁਸੀਂ ਕੁਝ ਨਹੀਂ ਕਰਨਾ ਹੈਗਾ, ਐਂਡ ਜਿੱਦਾਂ ਉਹਨਾਂ ਨੇ ਕਿਹਾ ਮੈਂ ਉੱਦਾਂ ਹੀ ਕੀਤਾ। ਤੁਸੀਂ ਟੋਨੀ ਜੀ ਉਸ ਤਰ੍ਹਾਂ ਹੀ ਠੀਕ ਹੋ ਗਏ ਐਕਸਰਸਾਈਜ਼ ਦੇ ਨਾਲ, ਜਾਂ ਤੁਹਾਡੀ ਕੋਈ ਆਪਰੇਟ ਕੀਤਾ ਜਾਂ? ਉੱਦਾਂ ਨਹੀਂ ਠੀਕ ਹੋਇਆ ਮੈਂ, ਐਕਸਰਸਾਈਜ਼ ਨਾਲ ਬਿਲਕੁਲ ਠੀਕ ਨਹੀਂ ਹੋਇਆ। ਇਹ ਡਾਕਟਰ ਸਾਹਿਬ ਨੇ ਮੇਰਾ ਸਰਜਰੀ ਕੀਤੀ ਹੈਗੀ ਹੈ ਮੇਰੇ ਰਿਸਟ ਦੇ ਉੱਪਰ, ਇੱਥੇ ਜਿੱਥੇ ਪੇਨ ਸੀਗੀ, ਅਤੇ ਉਹਨਾਂ ਨੇ ਉੱਥੋਂ ਲਿਗਾਮੈਂਟ ਟੈਂਡਨ ਦੀ ਅਟੈਚਮੈਂਟ ਜਿਹੜੀ ਉਹ ਕੀਤੀ ਹੈਗੀ ਆ, ਅਤੇ ਉਹ ਅਟੈਚਮੈਂਟ ਤੋਂ ਬਾਅਦ ਹੀ ਮੇਰਾ ਸਾਰਾ ਜਿਹੜਾ ਪਾਵਰ ਹੈਗੀ ਵਾਪਸ ਆ ਗਈ ਹੈ। ਐਂਡ ਨਾਓ ਆਈ ਐਮ ਈਵਨ ਬੈਟਰ ਦੈਨ ਬਿਫੋਰ। ਅਤੇ ਹੁਣ ਦੇਖੋ ਕੀ ਹੁੰਦਾ ਨੈਸ਼ਨਲ 'ਚ, ਆਈ ਐਮ ਗੋਇੰਗ ਨੈਕਸਟ ਵੀਕ। ਆਈ ਐਮ ਪ੍ਰੀਟੀ ਮਚ ਕੌਨਫੀਡੈਂਟ ਦੈਟ ਆਈ ਐਮ ਗੋਇੰਗ ਟੂ ਵਿਨ। ਧੰਨਵਾਦ ਸਾਡੇ ਨਾਲ ਗੱਲ ਕਰਨੀ। ਸਾਡੇ ਨਾਲ ਨੇ ਮਨਜੋਤ ਸਿੰਘ, ਇਹ ਕੋ ਫਾਊਂਡਰ ਨੇ ਸਿੰਬਾ ਕੁਆਰਟਜ਼ ਦੇ। ਟਾਂਗਰਾ 'ਚ ਫਰਮ ਚੱਲ ਰਹੀ, ਬਹੁਤ ਵੱਡੀ ਫਰਮ ਹੈ, ਸੌਫਟਵੇਅਰ ਆਰਕੀਟੈਕਟ ਨੇ। ਮਨਜੋਤ ਜੀ, ਦੱਸਣਾ ਕੀ ਪ੍ਰੋਬਲਮ ਸੀ ਤੇ ਤੁਸੀਂ ਕਿਸ ਤਰ੍ਹਾਂ ਠੀਕ ਹੋਏ? ਸੋ ਮੈਂ ਹਾਈ ਸਕੂਲ ਤੋਂ ਆਪਣੇ ਬਾਸਕਟਬਾਲ ਪਲੇਅਰ ਸੀਗਾ। ਸੋ ਡਿਸਟ੍ਰਿਕਟ ਲੈਵਲ ਮੈਂ ਖੇਡਿਆ ਹੋਇਆ ਤੇ ਟੂਰਨਾਮੈਂਟ 'ਚ ਕੀ ਹੋਇਆ ਕਿ ਵਾਈਲ ਆਈ ਵਾਜ਼ ਪਲੇਇੰਗ ਬਾਸਕਟਬਾਲ ਤੇ ਮੈਂ ਗਿਰ ਗਿਆ ਤੇ ਮੇਰੇ ਗੋਡੇ 'ਤੇ ਜ਼ੋਰ ਆ ਗਿਆ। ਸੋ ਉਦੋਂ ਤੱਕ ਤਾਂ ਮੈਂ ਧਿਆਨ ਨਹੀਂ ਦਿੱਤਾ ਕਿ ਕੀ ਹੋਇਆ, ਮੇਰੇ ਗੋਡੇ ਨੂੰ ਠੀਕ ਹੀ ਹੋਏਗਾ, ਠੀਕ ਹੈ। ਅਤੇ ਵੈਨ ਆਈ ਵਾਜ਼ ਇਨ ਕਾਲਜ ਅਤੇ ਆਈ ਸਟਾਰਟਡ ਪਲੇਇੰਗ ਬਾਸਕਟਬਾਲ ਅਗੈਨ, ਅਤੇ ਉਹਦੇ ਵਿੱਚ ਫਿਰ ਮੈਨੂੰ ਇੰਜਰੀ ਹੋ ਗਈ ਇਨ 3rd ਈਅਰ। ਅਤੇ ਉਦੋਂ ਕਾਫੀ ਗਰੂਸਮ ਇੰਜਰੀ ਸੀਗੀ, ਬਹੁਤ ਐਕਸਕਿਊਸ਼ਿੰਗ, ਲਾਈਕ ਬਹੁਤ ਜ਼ਬਰਦਸਤ ਦਰਦ ਸੀਗਾ? ਬਹੁਤ ਜ਼ਬਰਦਸਤ ਦਰਦ ਸੀਗਾ, ਲਾਈਕ 15 ਮਿੰਟ ਉੱਠਿਆ ਨਹੀਂ ਗਿਆ ਸੀਗਾ ਉਦੋਂ। ਅਤੇ ਐਂਬੂਲੈਂਸ ਵਿੱਚ ਮੈਨੂੰ ਲਾਈਕ ਛੱਡ ਕੇ ਗਏ ਸੀ ਘਰ ਬਾਅਦ 'ਚੋਂ, ਅਤੇ ਬਹੁਤ ਜ਼ਿਆਦਾ ਦਰਦ ਹੋਈ ਸੀ। ਦੈਨ ਫਿਰ ਮੈਂ MRI ਕਰਵਾਇਆ, ਠੀਕ ਆ। ਮੇਰੇ ਲੋਕਲ ਡਾਕਟਰ ਸੀਗੇ ਮੇਰੇ ਇੱਕ, ਉਹਨਾਂ ਨੇ ਮੈਨੂੰ ਰਿਕਮੈਂਡ ਕੀਤਾ MRI ਕਰਾਓ ਉਹਦਾ। ਅਤੇ ਡਾਕਟਰ ID ਦੇ ਸੰਪਰਕ 'ਚ ਕਿਸ ਤਰ੍ਹਾਂ ਆਏ ਫਿਰ ਮੈਂ ਲਾਈਕ ਮੇਰੇ ਫਰੈਂਡ ਸੀਗੇ ਪਹਿਲਾਂ, ਮੈਂ ਗੁੜਗਾਉਂ ਗਿਆ ਸੀਗਾ ਪਹਿਲਾਂ, ਠੀਕ ਆ। ਉਹਨਾਂ ਕੋਲ ਕੰਸਲਟੇਸ਼ਨ ਕੀਤੀ ਸੀਗੀ ਅਤੇ ਮਤਲਬ ਕੌਨਫੀਡੈਂਸ ਦੀ ਮਤਲਬ ਆ ਨਹੀਂ ਰਿਹਾ ਸੀ ਉੱਥੇ ਕਿ ਬਿਕੋਜ਼ ਮੈਂ ਠੀਕ ਹੋ ਜਾਊਂਗਾ, ਕੌਨਫੀਡੈਂਸ ਨਹੀਂ ਆ ਰਿਹਾ। ਲਾਈਕ ਡਾਕਟਰ ਦੇ ਗੱਲ ਕਰਨ ਦੇ ਤਰੀਕੇ ਤੋਂ ਹੋ ਗਿਆ ਇੱਦਾਂ। ਉਹਨਾਂ ਨੇ ਕੀ ਦੱਸਿਆ ਵੀ ਆਪਰੇਸ਼ਨ ਹੋਊਗਾ ਤੁਹਾਡਾ? ਹਾਂ, ਉਹਨੇ ਡਾਇਰੈਕਟਲੀ ਬਸ ਕਹਿਤਾ ਕਿ ਇਹਦਾ ਆਪਰੇਸ਼ਨ ਹੋਏਗਾ, ਹੈ ਨਾ। ਲਾਈਕ ਆਈ ਵਾਜ਼ ਨਾਟ ਫੀਲਿੰਗ ਦਾ ਕਨੈਕਸ਼ਨ। ਸੋ ਡਾਕਟਰ ID ਦੇ ਸੰਪਰਕ 'ਚ ਆਏ ਅਤੇ ਫਿਰ ਕਿਵੇਂ ਤੁਹਾਡਾ ਟ੍ਰੀਟਮੈਂਟ ਹੋਇਆ? ਡਾਕਟਰ ID ਦੇ ਲਾਈਕ ਅਮਨਦੀਪ ਹਸਪੀਟਲ ਕਾਫੀ ਵੱਡਾ ਨਾਮ ਸੀਗਾ, ਅਤੇ ਮੈਂ ਤਾਂ ਉੱਦਾਂ ਹੀ ਮੈਂ ਕਹਿ ਰਿਹਾ ਕਿ ਲੈਟਸ ਸੀ ਕਿ ਉੱਥੇ ਚੱਲਦੇ ਹਾਂ। ਅਤੇ ਉੱਥੇ ਜਾ ਕੇ ਫਿਰ ID ਜੀ ਉਹਨਾਂ ਨੂੰ ਮਿਲਿਆ ਮੈਂ, ਤਾਂ ਉੱਥੋਂ ਮੈਂ ਲਾਈਕ ਇਟ ਵਾਜ਼ ਲਾਈਕ ਕਿ ਮੈਂ ਪਹਿਲੀ ਵਾਰੀ ਗਿਆ ਉੱਥੇ ਅਮਨਦੀਪ ਹਸਪੀਟਲ, ਅਤੇ ਉਦੋਂ ਹੀ ਮਿਲਿਆ ਮੈਂ ਉਹਨਾਂ ਨਾਲ। ਅਤੇ ਫਿਰ ਉਹਨਾਂ ਨੇ ਮੇਰਾ MRI ਦੇਖਿਆ, ਸੋ ਹੀ ਸੌ ਦੈਟ ਕਿ ਮੇਰਾ ਲਿਗਾਮੈਂਟ ਇਟ ਵਾਜ਼ ਹੈਂਗਿੰਗ ਬਾਏ ਦ ਥਰੈਡਸ, ਠੀਕ ਹੈ, ਲਾਈਕ ਨੀਅਰ ਪਾਰਸ਼ਲ ਟੀਅਰ ਸੀਗਾ। ਲਿਗਾਮੈਂਟ ਟੁੱਟ ਗਿਆ ਸੀ। ਫਿਰ ਕਿਵੇਂ ਤੁਸੀਂ ਕਦੋਂ ਤੁਹਾਡਾ ਆਪਰੇਟ ਹੋਇਆ ਅਤੇ ਕਿੰਨੀ ਦੇਰ 'ਚ ਠੀਕ ਹੋ ਗਏ? ਮੇਰਾ ਆਪਰੇਟ ਹੋਇਆ ਸੀਗਾ ਜਨਵਰੀ 2020, 25 ਜਨਵਰੀ, ਅਤੇ ਅਬਾਊਟ 1.5 ਈਅਰ ਮੇਰਾ ਲੱਗਾ ਪੂਰਾ ਨੂੰ ਰਿਕਵਰ ਹੁੰਦੇ। ਅਤੇ ਹੁਣ ਤੁਸੀਂ ਪੂਰੀ ਐਕਸਰਸਾਈਜ਼ ਦੁਬਾਰਾ ਬਾਸਕਟਬਾਲ ਖੇਲ ਸਕਦੇ ਹੋ? ਬਿਲਕੁਲ। ਹੁਣ ਮੈਂ ਆਪਣੇ ਕਰਾਟੇ ਵੀ ਪ੍ਰੈਕਟਿਸ ਕਰਦਾ ਨਾਲ ਆਈ ਆਲਸੋ ਪ੍ਰੈਕਟਿਸ ਲਾਈਕ ਬਾਸਕਟਬਾਲ, ਅਤੇ ਲਾਈਕ ਆਈ ਗੋਟ ਬੈਕ ਟੂ ਦ ਗੇਮ ਆਲਦੋ ਆਈ ਐਮ ਅ software architect by profession, but I'm still connected to this sports. So ਤੁਸੀਂ ਕਿੰਨੀ ਦੇਰ ਬਾਅਦ ਆਪਣੇ ਆਪ ਨੂੰ, ਕਈ ਸਾਲ ਬਾਅਦ ਫਿਟ ਮਹਿਸੂਸ ਕਰ ਰਹੇ ਹੋ?
ਕਰੰਟਲੀ ਲਾਈਕ ਆਈ ਪਲੇਡ ਗੇਮ ਲਾਸਟ ਲਾਈਕ ਹਾਂ ਮੈਂ ਖੇਡਿਆ ਸੀਗਾ ਗੇਮ ਤੇ ਮਤਲਬ ਹੁਣ ਤੁਸੀਂ ਕਿੰਨੇ ਸਾਲਾਂ ਬਾਅਦ ਫਿਟ ਕਰ ਰਹੇ ਹੋ, ਆਪ ਮਹਿਸੂਸ ਫੀਲ ਕਰ ਰਹੇ ਹੋ? ਮੈਂ 2 ਸਾਲ ਬਾਅਦ। ਦੇਖੋ ਸਾਡੇ ਨਾਲ ਹੋਰ ਵੀ ਨੇ, ਬਾਈ ਪ੍ਰੋਫੈਸ਼ਨ ਨੇ, ਕੋਰੀਓਗ੍ਰਾਫਰ ਨੇ। ਤੁਸੀਂ ਦੇਖਿਆ ਮਨਜੋਤ ਸਿੰਘ ਕਿਸ ਤਰ੍ਹਾਂ ਬਾਸਕਟਬਾਲ ਦੇ ਪਲੇਅਰ ਨੇ, ਗੋਡੇ 'ਚ ਸੱਟ ਲੱਗਦੀ ਹੈ, ਜਗ੍ਹਾ ਜਗ੍ਹਾ ਜਾਂਦੇ ਨੇ, ਪਰ ਅਖੀਰ ਇਹਨਾਂ ਦੀ ਜਿਹੜੀ ਹੈ ਟ੍ਰੀਟਮੈਂਟ, ਇਹਨਾਂ ਨੂੰ ਇਲਾਜ ਮਿਲਦਾ ਹੈ ਅਮਨਦੀਪ ਹਸਪੀਟਲ ਤੋਂ। ਡਾਕਟਰ ID ਸਿੰਘ ਇਹਨਾਂ ਦਾ ਇਲਾਜ ਕਰਦੇ ਨੇ। ਇਹ ਹਰਸ਼ਬੀਰ ਨੇ, ਜੰਮੂ ਕਸ਼ਮੀਰ ਤੋਂ ਆਏ ਨੇ, ਬਾਈ ਪ੍ਰੋਫੈਸ਼ਨ ਨੇ, ਕੋਰੀਓਗ੍ਰਾਫਰ ਨੇ। ਹਰਸ਼ਬੀਰ ਦੀ ਦੱਸਣਾ ਕੀ ਐਕਸਪੀਰੀਅੰਸ, ਕੀ ਪ੍ਰੋਬਲਮ ਹੋਈ ਸੀ ਤੁਹਾਨੂੰ? ਸਰ ਐਕਚੁਅਲੀ ਮੈਨੂੰ ਨੀ 'ਤੇ ਇੰਜਰੀ ਹੋਈ ਸੀ। ਐਕਚੁਅਲੀ ਮੈਂ ਐਕਸੀਡੈਂਟ ਹੋ ਗਿਆ ਸੀ। ਸੋ ਸਮਹਾਓ ਨੋਰਮਲ ਪਰਸਨ ਨੂੰ ਪਤਾ ਨਹੀਂ ਹੁੰਦਾ ਕਿ ਇੰਜਰੀ ਕੀ ਤਰ੍ਹਾਂ ਦੀ ਹੁੰਦੀ ਹੈ। ਮੈਨੂੰ ਐਕਚੁਅਲੀ ਲਿਗਾਮੈਂਟ ਟੇਅਰ ਹੋਇਆ ਸੀ, ਤਾਂ ਆਈ ਥੋਟ ਕਿ ਜਸਟ ਨੋਰਮਲ ਇੰਜਰੀ ਹੈ, ਇਟ ਵਿਲ ਰਿਕਵਰ ਇਨ ਅ ਮੰਥ, ਬਟ ਨਹੀਂ ਹੋ ਪਾ ਰਿਹਾ ਸੀ ਐਕਚੁਅਲੀ, ਉਹ ਹੀਲ ਨਹੀਂ ਹੋ ਪਾ ਰਿਹਾ ਸੀ। ਕਿੰਨੀ ਦੇਰ ਤੁਸੀਂ ਤਕਲੀਫ 'ਚ ਰਹੇ ਤੇ ਫਿਰ ਡਾਕਟਰ ਅਮਨਦੀਪ ਹਸਪੀਟਲ ਡਾਕਟਰ ID ਦੇ ਸੰਪਰਕ 'ਚ ਆਏ? ਸੋ ਐਕਚੁਅਲੀ ਮੈਂ 5-6 ਮੰਥਸ ਇਹਦੇ ਵਿੱਚ ਟ੍ਰੀਟਮੈਂਟ ਚੱਲਦਾ ਰਿਹਾ ਉੱਥੇ। ਡਾਕਟਰ ਉਹਨਾਂ ਨੂੰ ਵੀ ਨਹੀਂ ਐਕਚੁਅਲ ਪਤਾ ਚੱਲ ਰਿਹਾ ਸੀ ਕਿ ਹੋਇਆ ਕੀ ਹੈ। ਐਂਡ ਇੱਕ ਮੇਰਾ ਆਪਰੇਸ਼ਨ ਉੱਤੇ ਹੋ ਗਿਆ ਸੀ, ਬਟ ਉਹ ਸਕਸੈਸਫੁਲ ਨਹੀਂ ਹੋਇਆ ਸੀ ਐਕਚੁਅਲੀ। ਸੋ ਆਈ ਵਾਸ ਗॉट ਡਿਸਟਰਬ ਆਲ ਥੀਸ ਥਿੰਗਸ। ਤੇ ਹੁਣ ਤੁਸੀਂ ਠੀਕ ਫੀਲ ਕਰ ਰਹੇ ਹੋ? ਹੁਣ ਹਮ ਫਿਟ, ਆਮ ਅ ਫਿਟਨੈਸ ਟ੍ਰੇਨਰ, ਆਮ ਅ ਕੋਰੀਓਗ੍ਰਾਫਰ। ਅੱਛਾ, ਫਿਟਨੈਸ ਟ੍ਰੇਨਰ ਹੋ? ਮੇਰਾ ਆਪਣੀ ਜਿਮ ਵੀ ਹੈ, ਆਪਣਾ ਮੇਰਾ ਫਿਟਨੈਸ ਟ੍ਰੇਨਰ ਹੈ। ਅਤੇ ਮੈਂ ਹੁਣ ਫਿਟਨੈਸ ਨੂੰ ਵੀ ਪ੍ਰਮੋਟ ਕਰਦਾ, ਲਾਈਕ ਆਮ ਅ ਕੋਰੀਓਗ੍ਰਾਫਰ ਐਂਡ ਕੋਰੀਓਗ੍ਰਾਫਰ ਇਨ ਪੰਜਾਬ ਏਰੀਆਜ਼ ਆਲਸੋ। ਆਈ ਰੀਸੈਂਟਲੀ ਵਰਕ ਵਿਦ ਐਮੀ ਵਿਕ ਐਂਡ ਸੈਲੀਬ੍ਰਿਟੀਜ਼ ਨਾਲ ਵਰਕ ਕਰਦਾ ਮੈਂ। ਅੱਛਾ, ਵੈਰੀ ਗੁੱਡ ਜੀ। ਅਤੇ ਐਮੀ ਵਿਰਕ ਹੋਰ ਕਿਹਦੇ ਨਾਲ ਤੁਸੀਂ ਕੰਮ ਕੀਤਾ? ਸਰ ਐਮੀ ਵਿਕ ਨਾਲ ਵਰਕ ਕੀਤਾ ਅਤੇ ਕਾਫੀ ਵੀਡੀਓਜ਼ ਮੈਂ ਮਤਲਬ ਜਿਹੜੇ ਆਰਟਿਸਟ ਨੇ, ਅਪਗ੍ਰੋਇੰਗ ਆਰਟਿਸਟ ਨੇ, ਐਲਬਮ ਜਿਹੜਿਆਂ ਦੀ ਆਉਂਦੀ ਉਹਨਾਂ ਅਸਿਸਟ ਕਰਦਾ ਮੈਂ ਵੀਡੀਓਜ਼ 'ਤੇ। ਅਤੇ ਹੁਣ ਸਿੱਧੂ ਮੂਸੇਵਾਲੇ ਦੇ ਵੀ ਇੱਕ ਮੈਂ ਕੋਰੀਓਗ੍ਰਾਫ ਮਤਲਬ ਗਾਣਾ ਮੈਂ ਕੀਤਾ ਸੀ, ਅਤੇ ਉਹਨਾਂ ਨੇ ਪ੍ਰਮੋਟ ਕੀਤਾ ਸੀ ਮੈਨੂੰ ਅੱਗੇ। ਅਤੇ ਥੋੜ੍ਹਾ ਬਹੁਤ ਚੱਲ ਰਿਹਾ ਹੁਣ, ਜਲਦੀ ਤੁਹਾਨੂੰ ਦਿਖ ਜਾਵਾਂਗੇ ਅਗਰ ਰੱਬ ਦੀ ਮਿਹਰ ਰਹੀ ਦੀ। ਦੇਖੋ, ਤੁਹਾਨੂੰ ਅਸੀਂ ਕਈ ਇੱਥੇ ਮਰੀਜ਼ਾਂ ਨਾਲ ਗੱਲ ਕੀਤੀ ਹੈ ਨਾ, ਮਰੀਜ਼ਾਂ 'ਚ ਇੱਕੋ ਗੱਲ ਕਾਮਨ ਹੈ ਕਿ ਸਭ ਤੋਂ ਪਹਿਲੇ ਜਿਹੜੀ ਇੰਪੋਰਟੈਂਟ ਗੱਲ ਹੁੰਦੀ ਹੈ ਕਿ ਡਾਇਗਨੋਜ਼ ਨਹੀਂ ਹੋ ਪਾਉਂਦਾ ਪੇਸ਼ੈਂਟ ਨੂੰ ਪ੍ਰੋਬਲਮ ਕੀ ਹੈ। ਡਾਇਗਨੋਜ਼ ਹੋਇਆ, ਅਮਨਦੀਪ ਹਸਪੀਟਲ ਡਾਕਟਰ ID ਸਿੰਘ ਨੇ ਡਾਇਗਨੋਜ਼ ਕੀਤਾ, ਅਤੇ ਹੁਣ ਇਹ ਤਮਾਮ ਮਰੀਜ਼ ਆਪਣੇ ਆਪ ਨੂੰ ਫਿਟ ਮਹਿਸੂਸ ਕਰ ਰਹੇ ਨੇ। ਸਾਡਾ ਵੀ ਕਹਿਣਾ ਕਿ ਸਭ ਤੋਂ ਪਹਿਲੇ ਜੇ ਤੁਹਾਨੂੰ ਕਿਤੇ ਦਰਦ ਹੁੰਦੀ ਹੈ, ਆਪਣੇ ਕਿਸੇ ਅੱਛੇ ਡਾਕਟਰ ਕੋਲ ਜਾਓ, ਆਪਣਾ ਪੂਰਾ ਚੈੱਕਅਪ ਕਰਾਓ ਕੀ ਤੁਹਾਨੂੰ ਪ੍ਰੋਬਲਮ ਹੈ, ਉਸ ਤੋਂ ਬਾਅਦ ਹੀ ਕੋਈ ਫੈਸਲਾ ਲਓ। ਸਾਡੇ ਨਾਲ ਨੇ ਗੁਰਵਿੰਦਰ ਕੌਰ, ਸਟੇਟ ਫॉर ਕੈਂਸਰ ਸਰਵਾਈਵਲ, ਯਾਨੀ ਕਿ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਸਾਰਾ ਕੰਮ ਕਰ ਰਹੇ ਨੇ। ਇਹਨਾਂ ਦਾ ਵੀ ਮੈਡਮ, ਤੁਸੀਂ ਕੀ ਪ੍ਰੋਬਲਮ ਸੀ ਜਦੋਂ ਤੁਸੀਂ ਅਮਨਦੀਪ ਹਸਪੀਟਲ ਆਏ? ਮੈਂ ਡਾਕਟਰ ਇੰਦਰਦੀਪ ਕੋਲ ਆਈ ਸੀ ਅੱਜ ਤੋਂ 3 ਸਾਲ ਪਹਿਲੇ। ਮੈਨੂੰ ਐਕਚੁਅਲੀ ਕਾਫੀ ਟਾਈਮ ਤੋਂ ਸ਼ੋਲਡਰ ਇੰਜਰੀ ਸੀਗੀ। UK ਦੇ ਵਿੱਚ ਮੈਂ ਪੜ੍ਹਦੇ ਹੋਏ ਸਲਿੱਪ ਕਰ ਗਈ ਸੀ ਬਰਫ਼ 'ਤੇ, ਅਤੇ ਉਹ ਇੰਜਰੀ ਐਕਚੁਅਲ 'ਚ ਕੋਈ ਵੀ ਡਾਕਟਰ ਸਮਝ ਹੀ ਨਹੀਂ ਪਾਇਆ ਸੀਗਾ, ਮਤਲਬ ਡਾਇਗਨੋਜ਼ ਨਹੀਂ ਹੋ ਪਾ ਰਿਹਾ ਸੀ। ਡਾਇਗਨੋਜ਼ ਨਹੀਂ ਹੋ ਪਾ ਰਹੇ ਸੀ। ਜਿਹੜੇ ਵੀ ਡਾਕਟਰ ਕੋਲ ਜਾ ਰਹੇ ਸੀਗੇ, ਆਈ ਗੈਸ ਨਾਰਥ ਇੰਡੀਆ ਦੇ ਬਹੁਤ ਮੰਨੇ ਹੋਏ ਹਸਪੀਟਲਸ 'ਚ ਮੈਂ ਗਈ ਸੀਗੀ, ਅਤੇ ਉੱਥੇ ਸਾਰਿਆਂ ਨੇ ਸ਼ੋਲਡਰ ਦੇ ਵਿੱਚ ਇੰਜੈਕਸ਼ਨਸ ਲਗਾ ਦਿੱਤੇ ਸੀ, ਜਿਹਦੇ ਕਰਕੇ ਕੰਡੀਸ਼ਨ ਹੋਰ ਵਰਸਟ ਹੋ ਗਈ ਸੀਗੀ। ਅਤੇ ਮੇਰੇ ਡੇ ਟੂ ਡੇ ਲਾਈਫ ਵੀ ਬਹੁਤ ਜ਼ਿਆਦਾ ਇਫੈਕਟ ਹੋ ਗਈ ਸੀਗੀ, ਮੂਵਮੈਂਟ ਨਹੀਂ ਕਰ ਪਾਉਂਦੀ ਸੀ, ਫਰੋਜ਼ਨ ਸ਼ੋਲਡਰ ਹੋ ਗਿਆ ਸੀਗਾ। ਡਾਕਟਰ ਇੰਦਰਦੀਪ ਕੋਲ ਆ ਕੇ ਇਹਨਾਂ ਨੇ ਐਕਚੁਅਲ 'ਚ ਮੈਨੂੰ ਐਕਸਪਲੇਨ ਕੀਤਾ ਕਿ ਉਹ ਪ੍ਰੋਬਲਮ ਹੀ ਨਹੀਂ ਹੈ ਜਿਹਦਾ ਕਿ ਮੈਂ ਟ੍ਰੀਟਮੈਂਟ ਜਾਂ ਜਿਹਦੇ 'ਤੇ ਉਹਨਾਂ ਨੇ ਇੰਜੈਕਸ਼ਨਸ ਲਗਾਏ ਸੀ, ਉਹਦਾ ਫਾਇਦਾ ਹੋਣ ਦੇ ਬਜਾਏ ਉਹਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੋ ਗਏ ਸੀਗੇ। ਸੋ ਡਾਕਟਰ ID ਨੇ ਮੈਨੂੰ ਓਬਵੀਅਸਲੀ MRIs ਕਰਵਾਈਆਂ, ਸਾਰਾ ਜਦੋਂ ਚੈੱਕ ਕੀਤਾ, ਐਂਡ ਉਹਨਾਂ ਨੇ ਪ੍ਰੋਟੋਕੋਲ ਜਿਹੜਾ ਬਣਾਇਆ ਉਹ ਇੰਨਾ ਈਜ਼ੀ ਸੀਗਾ ਮੇਰੇ ਲਈ ਫੋਲੋ ਕਰਨਾ, ਕਿਉਂਕਿ ਉਹ 'ਚ ਸਿਰਫ ਐਕਸਰਸਾਈਜ਼ ਸੀਗੀਆਂ। ਸਭ ਤੋਂ ਪਹਿਲੇ ਉਹਨਾਂ ਨੇ ਮੇਰੀ ਜਿਹੜੀ ਮੈਂ ਸਟਰੋਂਗ ਪੇਨ ਕਿਲਰਸ ਲੈ ਰਹੀ ਸੀ, ਕਿਉਂਕਿ ਤੁਹਾਨੂੰ ਪਤਾ ਪੇਨ ਕਿਲਰਸ ਬਾਡੀ 'ਤੇ ਬਹੁਤ ਜ਼ਿਆਦਾ ਸਾਈਡ ਇਫੈਕਟਸ ਕਰਦੇ ਆ, ਔਰ ਮੇਰੇ ਪੇਨ ਕਿਲਰਸ ਮੋਰ ਦੈਨ 8 ਸਾਲ ਤੋਂ ਚੱਲ ਰਹੇ ਸੀਗੇ। ਸਭ ਤੋਂ ਪਹਿਲੇ ਉਹਨਾਂ ਨੇ ਮੇਰੇ ਪੇਨ ਕਿਲਰਸ ਬਿਲਕੁਲ ਬੰਦ ਕਰਵਾਏ, ਉਹਦੇ ਕਰਕੇ ਫਿਰ ਮੈਨੂੰ ਨੀਂਦ ਦੀ ਪ੍ਰੋਬਲਮ ਹੋਈ, ਫਿਰ ਉਹਨੂੰ ਉਹਨਾਂ ਨੇ ਕਿਉਰ ਕੀਤਾ। ਐਂਡ ਜਿਵੇਂ ਇੱਕ ਰੱਬ ਵਰਗੂ ਕਹਿੰਦੇ ਆ ਕਿ ਡਾਕਟਰ ਹੀ ਤੁਹਾਨੂੰ ਸਹੀ ਰਸਤਾ ਦਿਖਾਉਂਦਾ, ਅਤੇ ਉਹਨਾਂ ਨੇ ਮੈਨੂੰ ਇੱਕ ਹੈਲਦੀ ਲਾਈਫ ਸਟਾਈਲ ਦੀ ਤਰਫ ਪੁਸ਼ ਕੀਤਾ ਕਿ ਤੁਹਾਡੀ ਜਿਹੜੀ ਡਾਇਟ ਹੈ ਔਰ ਤੁਹਾਡਾ ਜਿਹੜਾ ਐਕਸਰਸਾਈਜ਼ ਹੈ ਉਹ ਤੁਹਾਨੂੰ ਜ਼ਿਆਦਾ ਇੰਪੋਰਟੈਂਟ ਹੈ, ਦਵਾਈਆਂ ਨਾਲ ਕੁਝ ਨਹੀਂ ਹੋਣਾ ਜੀ। ਕਿੰਨੇ ਸਾਲ ਬਾਅਦ ਹੁਣ ਤੁਸੀਂ ਆਪਣੇ ਆਪ ਨੂੰ ਬੈਟਰ ਮਤਲਬ ਠੀਕ ਮਹਿਸੂਸ ਕਰ ਰਹੇ ਹੋ? ਮੈਂ ਕਹਾਂਗੀ ਕਿ ਇਟ ਵਾਜ਼ ਅ ਸੈਡ ਇਨਸੀਡੈਂਸ ਵਿਦ ਮੀ ਕਿ ਮੈਂ ਉੱਥੋਂ ਉਸ ਸ਼ੋਲਡਰ ਪੇਨ ਤੋਂ ਠੀਕ ਹੋਈ, ਐਂਡ ਮੈਨੂੰ ਸਟੇਜ 4 ਕੈਂਸਰ ਹੋ ਗਿਆ ਲਾਸਟ ਈਅਰ। ਐਂਡ ਉਹ ਜਦੋਂ ਡਾਕਟਰਸ ਨੇ ਮੈਨੂੰ ਸਿਰਫ 2 ਮਹੀਨਿਆਂ ਦਾ ਟਾਈਮ ਦਿੱਤਾ ਸੀ ਕਿ ਸ਼ਾਇਦ ਮੈਂ ਬਚ ਵੀ ਨਹੀਂ ਪਾਵਾਂਗੀ, ਬਟ ਮੈਨੂੰ ਇੱਕ ਪੋਜ਼ੀਟਿਵਿਟੀ ਸੀਗੀ, ਕਿਉਂਕਿ ਡਾਕਟਰ ID ਮੈਨੂੰ ਪਹਿਲੇ ਮਿਲ ਚੁੱਕੇ ਸੀ। ਉਹਨਾਂ ਨੇ ਮੈਨੂੰ ਇੱਕ ਚੀਜ਼ ਸਿਖਾਈ ਸੀਗੀ ਕਿ ਕੋਈ ਵੀ ਪ੍ਰੋਬਲਮ ਆਉਂਦੀ ਹੈ, ਇਟਸ ਆਲ ਅਬਾਊਟ ਹਾਊ ਯੂ ਡੀਲ ਵਿਦ ਇਟ, ਕਿ ਸਹੀ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਹੈ ਤਾਂ ਡੈਫੀਨੇਟਲੀ ਤੁਸੀਂ ਟਰੀਟ ਹੋ ਪਾਓਗੇ। ਐਂਡ ਲੱਕੀਲੀ ਵਿਦ ਰੈਫਰੈਂਸ ਆਫ ਆਲ ਦ ਡਾਕਟਰਸ ਮੈਨੂੰ ਸਹੀ ਡਾਕਟਰ ਮਿਲੇ ਲੁਧਿਆਣਾ ਦੇ ਵਿੱਚ, ਜਿੱਥੋਂ ਮੇਰਾ ਟਰੀਟਮੈਂਟ ਹੋਇਆ। ਐਂਡ ਮੈਂ ਪ੍ਰਾਊਡਲੀ ਕਹਾਂਗੀ ਕਿ ਸਿਰਫ 6 ਮਹੀਨੇ ਦੇ ਟਰੀਟਮੈਂਟ ਤੋਂ ਬਾਅਦ ਅੱਜ ਮੈਂ ਤੰਦਰੁਸਤ ਤੁਹਾਡੇ ਸਾਹਮਣੇ ਖੜੀ ਹਾਂ। ਦੇਖੋ, ਬਹੁਤ ਵੱਡੀ ਗੱਲ ਇਹਨਾਂ ਨੇ ਗੱਲ ਕਹੀ ਹੈ। ਕੈਂਸਰ 4th ਸਟੇਜ ਕੈਂਸਰ ਸੀ, ਹੁਣ ਤੁਸੀਂ ਦੇਖ ਰਹੇ ਹੋ ਬਿਲਕੁਲ ਫਿਟ ਨੇ ਔਰ ਕੈਂਸਰ ਦੇ ਮਰੀਜ਼ਾਂ ਲਈ ਕੰਮ ਕਰ ਰਹੇ ਨੇ। ਮੈਡਮ, ਮੈਂ ਚਾਹਾਂਗਾ ਤੁਸੀਂ ਥੋੜਾ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕੈਂਸਰ ਨੂੰ ਲੈ ਕੇ ਵੀ। ਮੈਂ ਸਟੇਜ, ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਂ ਇੰਟਰਨੈਸ਼ਨਲ ਸੋਸ਼ਲ ਐਕਟਿਵਿਸਟ ਹਾਂ। ਸੋਸ਼ਲ ਮੀਡੀਆ 'ਤੇ ਹਰ ਜਗ੍ਹਾ ਮੈਂ ਅਵੇਅਰਨੈਸ ਕ੍ਰੀਏਟ ਕਰ ਰਹੀ ਹਾਂ, ਤਾਂ ਕਿ ਮੈਂ ਨਹੀਂ ਚਾਹੁੰਦੀ ਜੋ ਜਰਨੀ ਮੇਰੀ ਆ, ਮੈਨੂੰ ਜੋ ਹੋਇਆ ਉਹ ਕਿਸੇ ਹੋਰ ਨੂੰ ਹੋਵੇ। ਇੰਡੀਆ ਦੇ ਵਿੱਚ ਮੇਜਰ ਪ੍ਰੋਬਲਮ ਕੀ ਹੈ, ਲੋਕਾਂ ਨੂੰ ਸਿੰਪਟਮਸ ਹੀ ਨਹੀਂ ਪਤਾ।
ਕੈਂਸਰ ਤੱਕ ਆਪਾਂ ਸੋਚ ਹੀ ਨਹੀਂ ਜਾਂਦੀ। ਮੈਂ 35 ਈਅਰ 올ਡ ਆ, ਮੈਨੂੰ ਸਿੰਪਟਮਸ ਨਹੀਂ ਆਏ। ਜਦੋਂ ਮੈਨੂੰ ਪਤਾ ਕਦੋਂ ਚੱਲਿਆ, ਜਦੋਂ ਸਟੇਜ 4 ਆ ਗਿਆ। ਆਪਾਂ ਕਦੀ ਕੋਲਨ ਕੈਂਸਰ ਬਾਰੇ ਸੁਣਿਆ ਹੀ ਨਹੀਂ ਸੀਗਾ, ਸਾਨੂੰ ਟੈਸਟ ਵੀ ਨਹੀਂ ਪਤਾ ਸੀ ਕਿਹੜੇ ਹੁੰਦੇ ਆ। ਯੂਜੂਅਲੀ ਕੁਝ ਸਿੰਪਟਮਸ ਆਉਂਦੇ ਵੀ ਹੈ ਤੇ ਡਾਕਟਰਸ ਉਹਨੂੰ ਕਿਸੇ ਹੋਰ ਤਰੀਕੇ ਲੈ ਲੈਂਦੇ ਆ। ਜਿਵੇਂ ਕੋਲਨ ਕੈਂਸਰ ਦਾ ਇੱਕ ਮੇਜਰ ਸਿੰਪਟਮ ਹੈ ਬਲੀਡਿੰਗ ਫਰਮ ਦਾ ਰੈਕਟਮ, ਜਿਹਨੂੰ ਕਿ ਪਾਇਲਸ ਦੇ ਤੌਰ ਤੇ ਮਿਸਲੀਡ ਕੀਤਾ ਜਾਂਦਾ ਹੈ। ਹੁਣ ਕਿੰਨੇ ਪੇਸ਼ੈਂਟਸ, ਕਿੰਨੇ ਲੇਡੀਜ਼ ਇਹੋ ਜਿਹੀਆਂ ਹੈਗੀਆਂ ਨੇ ਜਿਹਨੂੰ ਐਕਚੁਅਲ 'ਚ ਪਾਇਲਸ ਹੈਗੀ ਔਰ ਟ੍ਰੀਟਮੈਂਟ ਲੈ ਰਹੀਆਂ ਨੇ, ਬਟ ਕਿਸੇ ਨੂੰ ਨਹੀਂ ਪਤਾ, ਕੀ ਪਤਾ ਉਹ ਕੈਂਸਰ ਵੀ ਹੋ ਸਕਦਾ ਹੈ, ਕੋਲਨ ਕੈਂਸਰ ਵੀ ਹੋ ਸਕਦਾ, ਕੋਲਨ ਕੈਂਸਰ ਵੀ ਹੋ ਸਕਦਾ ਹੈ। ਤੇ ਮੈਂ ਅਵੇਅਰਨੈਸ ਕ੍ਰੀਏਟ ਕਰ ਰਹੀ ਹਾਂ ਥਰੂ ਮਾਈ YouTube ਚੈਨਲ ਗੁਰਵਿੰਦਰ ਕੌਰ ਇੰਪੋਸੀਬਲ, ਜਿਹਦੇ ਤੇ ਮੈਂ ਸਾਰੀ ਇਨਫੋਰਮੇਸ਼ਨ ਆਪਣੀ ਪੂਰੀ ਜਰਨੀ ਸ਼ੇਅਰ ਕੀਤੀ ਹੈ। ਕਿਉਂਕਿ ਮੈਂ ਬਹੁਤ ਲੱਕੀ ਕਵਾਂਗੀ ਕਿ ਗੁਰੂ ਰਾਮਦਾਸ ਜੀ ਦੀ ਮਿਹਰ ਦੇ ਨਾਲ ਮੈਂ ਸਪਿਰਚੁਅਲ ਹੀਲਿੰਗ ਦੇ ਨਾਲ ਵੀ ਠੀਕ ਹੋਈ ਹਾਂ, ਕਿਉਂਕਿ ਇੱਕ ਪੋਜ਼ਿਟਿਵ ਮਾਈਂਡਸੈਟ ਹੋਣਾ ਬਹੁਤ ਜ਼ਰੂਰੀ ਹੈ। ਡਾਕਟਰਸ ਦਾ ਵੀ ਇੱਕੋ ਹੀ ਕਹਿਣਾ ਹੁੰਦਾ ਹੈ ਕਿ ਆਪਾਂ ਆਪਣਾ ਕੰਮ ਕਰਾਂਗੇ, ਬਟ ਇਵੈਂਚੁਅਲੀ ਤੁਹਾਨੂੰ ਸਵਾਸ ਦੇਣੇ ਆ ਜਾਂ ਨਹੀਂ ਦੇਣੇ ਉਹ ਰੱਬ ਦੇ ਹੱਥ 'ਚ ਹੁੰਦਾ। ਸੋ ਇੱਕ ਕੰਬੀਨੇਸ਼ਨ ਹੁੰਦਾ ਹੈ ਮੈਡੀਕਲ ਦੇ ਨਾਲ ਸਪਿਰਚੁਅਲ ਹੀਲਿੰਗ ਐਂਡ ਨਿਊਟ੍ਰੀਸ਼ਨ। ਮੈਂ ਸ਼ੈਫ ਹਾਂ ਬਾਈ ਪ੍ਰੋਫੈਸ਼ਨ ਐਜ਼ ਵੈਲ, ਤੇ ਇੱਕ ਪ੍ਰੋਪਰ ਡਾਇਟ ਦਾ ਸ਼ੈਫ ਹੋ ਪ੍ਰੋਫੈਸ਼ਨ। ਕੁਝ ਟੀਵੀ ਸ਼ੋਜ਼ ਤੇ ਨਹੀਂ ਕੰਮ ਕਰਦੀ ਹਾਂ, ਕੁਝ ਇੰਟਰਨੈਸ਼ਨਲ ਪ੍ਰੋਜੈਕਟਸ ਤੇ ਕੰਮ ਕਰਦੀ ਹਾਂ, ਰੈਸਿਪੀ ਡਿਵੈਲਪਸ ਕਰਦੀ ਹਾਂ ਇੰਟਰਨੈਸ਼ਨਲ ਕਲਾਇੰਟਸ ਦੇ ਲਈ। ਇੱਕ ਸਵਾਲ ਮੈਂ ਜਾਨਣਾ ਚਾਹਾਂਗਾ ਜੀ, ਤੁਸੀਂ ਅਮਰੀਕਾ 'ਚ ਪੜ੍ਹੇ ਹੋ, ਲੋਕ ਕਈ UK ਪੜ੍ਹੇ ਹੋ, ਲੋਕ ਸਮਝਦੇ ਆ ਵੀ ਇੰਡੀਆ 'ਚੋਂ ਅਸੀਂ ਬਾਹਰ ਇਲਾਜ ਕਰਾਉਣ ਜਾਈਏ, ਬਟ ਤੁਹਾਡਾ ਇਲਾਜ ਤੁਸੀਂ ਬਾਹਰੋਂ ਆ ਕੇ ਇੱਥੇ ਕਰਾਇਆ, ਵੀ ਇੱਥੇ ਕਿਆ ਕਿਸੇ ਚੀਜ਼ ਦੀ ਕਮੀ ਤਾਂ ਕੋਈ ਹੈ ਨਹੀਂ? ਬਹੁਤ ਇੰਟਰਸਟਿੰਗ ਕੁਐਸਚਨ ਪੁੱਛਿਆ ਤੁਸੀਂ ਮੈਨੂੰ। ਬਹੁਤ ਲੋਕੀ ਕਹਿੰਦੇ ਆ ਕਿ ਤੁਸੀਂ UK 'ਚ ਅਗਰ ਸੀਗੇ, ਤੁਸੀਂ ਉੱਥੇ ਪੜ੍ਹ ਰਹੇ ਸੀ, ਤੁਸੀਂ ਉੱਥੇ ਇਲਾਜ ਕਿਉਂ ਨਹੀਂ ਕਰਵਾਇਆ? ਬਾਹਰ ਦਾ ਜਿਹੜਾ ਮੈਡੀਕਲ ਸਿਸਟਮ ਹੈ, ਬਹੁਤ ਲੋਕਾਂ ਨੂੰ ਨਹੀਂ ਪਤਾ ਹੋਏਗਾ, ਉੱਥੇ ਅਪਾਇੰਟਮੈਂਟਸ ਲੈਣੀਆਂ ਹੀ ਬਹੁਤ ਮੁਸ਼ਕਿਲ ਹੁੰਦੀਆਂ ਨੇ, ਕਿਉਂਕਿ ਉਹ ਕੰਪਲੀਟਲੀ ਗਵਰਨਮੈਂਟ ਬੇਸਡ ਸਿਸਟਮ ਹੈ। ਜਦੋਂ ਮੈਨੂੰ ਇੰਜਰੀ ਹੋਈ ਉਸ ਟਾਈਮ ਤੇ ਮੈਨੂੰ ਕੋਈ ਵੀ ਇਮੀਡੀਏਟ ਟ੍ਰੀਟਮੈਂਟ ਨਹੀਂ ਮਿਲ ਪਾਇਆ। ਹੁਣ ਇੰਡੀਆ ਦੇ ਵਿੱਚ ਆਪਾਂ ਕਿਸੇ ਵੀ ਡਾਕਟਰ ਕੋਲ ਪਹੁੰਚ ਸਕਦੇ ਹਾਂ, ਆਪਾਂ ਐਕਸ-ਰੇ ਕਰਵਾਇਆ, MRI ਕਰਵਾਇਆ, ਆਪਾਂ ਟ੍ਰੀਟਮੈਂਟ ਲੈ ਲਿੱਤਾ। ਉੱਥੇ ਜਿਹੜਾ ਪੂਰਾ ਉਹ ਪ੍ਰੋਸੀਜਰ ਸੀਗਾ, ਉਹ ਪ੍ਰੋਸੀਜਰ ਹੀ 4 ਮਹੀਨਿਆਂ ਦਾ ਸੀਗਾ, ਔਰ ਮੇਰੀ ਪੇਨ ਬਰਦਾਸ਼ਤ ਹੀ ਨਹੀਂ ਹੋ ਰਹੀ ਸੀ। ਸੋ ਮੈਨੂੰ ਆਪਣੀ ਮਾਸਟਰਸ ਵਿੱਚ ਛੱਡ ਕੇ ਮੈਨੂੰ ਇੰਡੀਆ ਆਉਣਾ ਪਿਆ, ਇੱਥੋਂ ਟ੍ਰੀਟਮੈਂਟ ਆਪਣਾ ਕਰਵਾਉਣਾ ਪਿਆ। ਬਟ ਮੈਂ ਆਪਣੇ ਆਪ ਨੂੰ ਬਹੁਤ ਅਨਲੱਕੀ ਮੰਨਾਂਗੀ ਇਸ ਚੀਜ਼ ਦੇ ਵਿੱਚ ਕਿ ਮੈਨੂੰ 8 ਸਾਲ ਗਵਾਉਣੇ ਪਏ ਉਹ ਟਾਈਮ ਦੇ, ਜਦੋਂ ਕਿ ਮੇਰਾ ਪੀਕ ਦਾ ਟਾਈਮ ਸੀਗਾ। ਮੈਂ ਆਪਣੀ ਸਟੱਡੀ ਕੰਪਲੀਟ ਕਰਕੇ ਮੈਂ ਆਪਣਾ ਕਰੀਅਰ ਨੂੰ ਸ਼ੁਰੂ ਕਰਨਾ ਸੀਗਾ, ਬਟ ਸਮਵੇਅਰ ਮੈਂ ਉਹ ਵੀ ਮੈਨੇਜ ਕਰਦੀ ਰਹੀ ਨਾਲ ਦੀ ਨਾਲ। ਬਟ ਇਵਨ ਇਸ ਚੀਜ਼ ਦਾ ਇਫੈਕਟ ਤੁਹਾਡੀ ਮੈਂਟਲ ਹੈਲਥ 'ਤੇ ਬਹੁਤ ਜ਼ਿਆਦਾ ਹੁੰਦਾ, ਤੇ ਇਹ ਸਾਰੀ ਚੀਜ਼ ਦੀ ਇਨਫੋਰਮੇਸ਼ਨ ਜਿਹੜੀ ਹੈ ਮੈਂ ਅਵੇਅਰਨੈਸ ਕ੍ਰੀਏਟ ਕਰ ਰਹੀ ਹਾਂ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ। ਕਿੰਨੇ 8 ਸਾਲ ਤੁਸੀਂ ਕਿਹਾ ਵੀ ਮੈਂ ਪੇਨ 'ਚ ਰਹੀ ਹਾਂ, ਤੇ ਹੁਣ ਡਾਕਟਰ ID ਕੋਲ ਤੁਸੀਂ ਐਕਸਰਸਾਈਜ਼ ਨਾਲ ਹੀ ਠੀਕ ਹੋ ਗਏ ਜਾਂ ਤੁਹਾਡਾ ਆਪਰੇਟ ਹੋਇਆ? ਮੇਰਾ ਆਪਰੇਟ ਨਹੀਂ ਹੋਇਆ। ਡਾਕਟਰ ID ਨੇ, ਜਿਵੇਂ ਮੈਂ ਕਿਹਾ, ਸਭ ਤੋਂ ਪਹਿਲੇ ਮੈਡੀਸਿਨਸ ਬੰਦ ਕਰਵਾਈ ਜਿਹੜੀ ਕਿ ਮੈਨੂੰ ਸਾਈਡ ਇਫੈਕਟਸ ਦੇ ਨਾਲ ਤੰਗ ਕਰ ਰਹੀਆਂ ਸੀਗੀਆਂ, ਐਂਡ ਪ੍ਰੋਪਰ ਫਿਜ਼ੀਓਥੈਰੇਪੀ ਹੋਈ ਫॉर ਅਬਾਊਟ 3-4 ਮਹੀਨੇ ਮੇਰੀ ਫਿਜ਼ੀਓਥੈਰੇਪੀ ਹੋਈ ਅਮਨਦੀਪ ਹਸਪੀਟਲ, ਐਂਡ ਉਹਦੇ ਨਾਲ ਮੈਂ ਠੀਕ ਹੋਈ ਹਾਂ। ਤੁਸੀਂ ਕੁਝ ਮੈਸੇਜ ਦੇਣਾ ਚਾਹੋ? ਇੱਕ ਥੈਂਕ ਯੂ ਮੈਂ ਕਹਿਣਾ ਚਾਹਾਂਗੀ ਅਮਨਦੀਪ ਹਸਪੀਟਲ ਨੂੰ। ਮੈਂ ਦੱਸਣਾ ਐਕਚੁਅਲ 'ਚ ਭੁੱਲ ਗਈ ਸੀਗੀ। ਅਮਨਦੀਪ ਹਸਪੀਟਲ ਇੱਕ ਐਸਾ ਹਸਪੀਟਲ ਹੈ ਜਿਹਨੇ ਐਕਚੁਅਲ 'ਚ ਮੈਨੂੰ ਦੂਜੀ ਜਾਨ ਦਿੱਤੀ ਹੈ। ਮੈਂ ਲਾਸਟ ਈਅਰ ਸਮਵੇਅਰ ਇਨ ਜੁਲਾਈ ਮੈਂ ਫੇਂਟ ਹੋ ਗਈ ਸੀਗੀ ਡਿਊਰਿੰਗ ਮਾਈ ਕੈਂਸਰ ਟ੍ਰੀਟਮੈਂਟ, ਤੇ ਅਨਫੋਰਚੂਨੇਟਲੀ ਪੂਰੇ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਹਸਪੀਟਲ ਮੈਨੂੰ ਹੱਥ ਤੱਕ ਲਾਉਣ ਨੂੰ ਰਾਜੀ ਨਹੀਂ ਸੀਗਾ, ਕਿ ਸਾਨੂੰ ਨਹੀਂ ਪਤਾ ਕਿ ਕਿਵੇਂ ਟ੍ਰੀਟ ਕਰੀਏ ਆਪਾਂ। ਇਵਨ ਉਹ ਐਡਮਿਟ ਤੱਕ ਨਹੀਂ ਕਰ ਰਹੇ ਸੀਗੇ, ਬਾਕੀ ਚੀਜ਼ਾਂ ਤਾਂ ਬਹੁਤ ਦੂਰ ਦੀ ਗੱਲ ਹੈ। ਥੈਂਕਸ ਟੂ ਡਾਕਟਰ ID ਐਂਡ ਰੈਫਰੈਂਸ ਦੇ ਕੇ, ਐਂਡ ਮੈਨੂੰ ਕਿਸੇ ਤਰੀਕੇ ਉਹਨਾਂ ਨੇ ਜਦੋਂ ਐਡਮਿਟ ਕੀਤਾ, ਮੇਰਾ ਟ੍ਰੀਟਮੈਂਟ ਕੀਤਾ। ਐਂਡ ਜਦੋਂ ਮੈਨੂੰ ਡਾਕਟਰਸ ਨੇ, ਜਿਹੜੇ ਮੈਨੂੰ ਜਾਣਦੇ ਹੈ, ਡਾਕਟਰ ID ਐਂਡ ਦੇਰ ਇਜ਼ ਅਨਦਰ ਡਾਕਟਰ ਰਿਸ਼ਦ, ਉਹਨਾਂ ਨੇ ਮੈਨੂੰ ਐਕਚੁਅਲ 'ਚ ਸਕਰੋਲਡ ਕੀਤਾ ਕਿ ਮੈਮ ਤੁਸੀਂ ਕਰਦੇ ਕੀ ਪਏ ਹੋ, ਤੁਸੀਂ ਆਪਣੀ ਲਾਈਫ ਐਵੇਂ ਕਿਵੇਂ ਖਰਾਬ ਕਰ ਸਕਦੇ ਹੋ। ਸੋ ਇੱਕ ਡਾਕਟਰ ਦਾ ਬਹੁਤ ਹੀ ਸਟਰੋਂਗ, ਕਹਿੰਦੇ ਆ ਨਾ, ਇੱਕ ਇੰਪੈਕਟ ਹੁੰਦਾ ਤੁਹਾਡੀ ਲਾਈਫ 'ਤੇ ਇਹੀ ਡਾਕਟਰਸ ਨੇ ਜਿਹੜੇ ਮੈਨੂੰ ਲੱਗਦਾ ਰੱਬ ਵਰਗੇ ਡਾਕਟਰਸ ਨੇ, ਜਿਹੜੇ ਸਹੀ ਰਸਤੇ ਸਾਨੂੰ ਪਾਉਂਦੇ ਨੇ, ਸਾਨੂੰ ਘੁੰਮਣ ਨਹੀਂ ਦਿੰਦੇ, ਕਿ ਰॉन्ग ट्रीटमेंट्स या प्रोलॉन्ग नहीं करते सारे ट्रीटमेंट्स ने। धन्यवाद। ये थी, देखिए, अब ये तमाम मरीजों से हमने बात की है, इनमें एक बात कॉमन है कि इनका डायग्नोज नहीं हो पा रहा था। UK में से मरीज़ यहाँ पर ठीक हुए हैं, USA से यहाँ पर मरीज़ ठीक हुए हैं, और भी दूसरे राज्यों और दूसरे कंट्रियों से इलाज यहाँ पर कराने के लिए आते हैं। सबसे अहम बात यह है कि आपका डायग्नोज, डॉक्टर को ये पता होना चाहिए कि आखिरकार मरीज को बीमारी क्या है। और आज ये गुरविंदर कौर की अगर हम बात करें, ये खुद कैंसर 4 स्टेज की मरीज और शोल्डर की पेन 8 साल से ये झेल रही थी। अब ये काम कर रही हैं समाज भलाई के लिए, कैंसर अवेयरनेस के लिए भी प्रोग्राम चला रही हैं। हमारा मकसद था लोगों को ये बताना, जागरूक करना कि कोई भी चीज़ असंभव नहीं। अगर आपको कहीं दर्द है या कुछ हो, क्योंकि हमारा जीवन ही ऐसा है, ये सुख दुख साथ ही चलते हैं, घबराएं नहीं, अच्छे डॉक्टर के पास जाएं, अच्छी काउंसलिंग लें, अच्छी डाइट खाएं और तंदुरुस्त रहें। अमृतसर से D4 न्यूज़ के लिए दीपक भंडारी की खास रिपोर्ट।